ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਆਓ ਉਹਨਾਂ ਦੇ ਜੀਵਨ ਦੀ ਇੱਕ ਮਹਾਨ ਘਟਨਾ ਦੇ ਨਾਲ ਸਾਂਝ ਪਾਈਏ। ਉਸ ਤੋਂ ਪਹਿਲਾਂ ਸੰਖੇਪ ਜਿਹੇ ਅਰਥਾਂ ਵਿੱਚ ਉਹਨਾਂ ਦਾ ਜੀਵਨ ਵਾਚਣ ਦਾ ਆਪਾਂ ਯਤਨ ਕਰਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਇਤਿਹਾਸ ਵਿੱਚ ਸਭ ਤੋਂ ਬਜ਼ੁਰਗ ਦਾ ਨਾਮ ਆਉਂਦਾ ਹੈ, ਉਹਨਾਂ ਦਾ ਨਾਮ ਹੈ ਬਾਬਾ ਗੁਰਦਿਆਲ ਜੀ। ਬਾਬਾ ਗੁਰਦਿਆਲ ਜੀ ਦੇ ਘਰ ਬਾਬਾ ਠਾਕੁਰ ਦਾਸ ਜੀ ਦਾ ਜਨਮ ਹੁੰਦਾ ਹੈ। ਬਾਬਾ ਠਾਕੁਰ ਦਾਸ ਜੀ ਦੀ ਸ਼ਾਦੀ ਬੀਬੀ ਕਰਮੀ ਜੀ ਦੇ ਨਾਲ ਹੁੰਦੀ ਹੈ ਅਤੇ ਉਹਨਾਂ ਦੇ ਘਰ ਬਾਬਾ ਹਰੀਦਾਸ ਜੀ ਦਾ ਜਨਮ ਹੁੰਦਾ ਹੈ। ਹਰੀਦਾਸ ਜੀ ਦੀ ਸ਼ਾਦੀ ਮਾਤਾ ਦਇਆ ਕੌਰ ਜੀ ਦੇ ਨਾਲ ਹੁੰਦੀ ਹੈ ਅਤੇ ਉਹਨਾਂ ਦੇ ਘਰ ਸਪੁੱਤਰ ਦਾ ਜਨਮ ਹੁੰਦਾ ਹੈ। ਅਤੇ ਘਰ ਵਿੱਚ ਵੱਡੇ ਹੋਣ ਦੇ ਨਾਤੇ ਜਿਵੇਂ ਅਕਸਰ ਪਹਿਲੇ ਪੁੱਤਰ ਜਾਂ ਧੀ ਨੂੰ ਜੇਠਾ ਕਹਿੰਦੇ ਹਾਂ, ਇਵੇਂ ਉਹਨਾਂ ਦਾ ਨਾਮ ਜੇਠਾ ਪੈ ਗਿਆ। ਭਾਈ ਜੇਠਾ ਜੀ ਅਜੇ ਬਚਪਨ ਦੇ ਵਿੱਚ ਹੀ ਸਨ ਕਿ ਉਹਨਾਂ ਦੇ ਮਾਤਾ ਪਿਤਾ ਦੋਵੇਂ ਚੜ੍ਹਾਈ ਕਰ ਜਾਂਦੇ ਹਨ। 7 ਸਾਲ ਦੀ ਉਮਰ ਦੇ ਵਿੱਚ ਉਹ ਅਨਾਥ ਹੋ ਜਾਂਦੇ ਹਨ। ਬਾਸਰਕੇ ਤੋਂ ਉਹਨਾਂ ਦੀ ਨਾਨੀ ਲਾਹੌਰ ਆਉਂਦੀ ਹੈ। ਚੂਨਾ ਮੰਡੀ ਲਾਹੌਰ ਦੇ ਵਿੱਚ ਉਸ ਘਰ ਨੂੰ ਜਿੰਦਰਾ ਲਾ ਕੇ ਅਤੇ ਆਪਣੇ ਨਾਲ ਭਾਈ ਜੇਠਾ ਜੀ ਨੂੰ ਬਾਸਰਕੇ ਲੈ ਜਾਂਦੀ ਹੈ। ਬਾਸਰਕੇ ਜੋ ਕਿ ਬਾਬਾ ਅਮਰਦਾਸ ਜੀ ਦਾ ਘਰ ਹੈ, ਉਹਨਾਂ ਦਾ ਪਿੰਡ ਹੈ, ਜਿੱਥੇ ਬਾਕੀ ਲੋਕ ਨਾਨੀ ਦੇ ਨਾਲ ਅਫਸੋਸ ਕਰਨ ਵਾਸਤੇ ਆਉਂਦੇ ਨੇ, ਮਾਤਮ ਪੁਰਸ਼ ਕਰਨ ਵਾਸਤੇ ਆਉਂਦੇ ਨੇ, ਉੱਥੇ ਬਾਬਾ ਅਮਰਦਾਸ ਜੀ ਵੀ ਆਉਂਦੇ ਨੇ ਅਤੇ ਉਹਨਾਂ ਦੀ ਨੇੜਤਾ ਭਾਈ ਜੇਠਾ ਜੀ ਦੇ ਨਾਲ ਬਣ ਜਾਂਦੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਮੁਤਾਬਕ ਬਾਬਾ ਅਮਰਦਾਸ ਜੀ ਗੋਇੰਦਵਾਲ ਨਗਰ ਦੀ ਉਸਾਰੀ ਕਰਦੇ ਨੇ ਅਤੇ ਉਸ ਉਸਾਰੀ ਹੋਣ ਜਾਣ ਤੋਂ ਬਾਅਦ ਬਾਬਾ ਅਮਰਦਾਸ ਜੀ ਭਾਈ ਜੇਠਾ ਜੀ ਨੂੰ ਅਤੇ ਉਹਨਾਂ ਦੀ ਨਾਨੀ ਨੂੰ ਆਪਣੇ ਨਾਲ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਲੈ ਜਾਂਦੇ ਹਨ, ਜਿੱਥੇ ਭਾਈ ਜੇਠਾ ਜੀ ਪਹਿਲਾਂ ਘੁੰਗਣੀਆਂ ਵੇਚ ਕੇ ਕਿਰਤ ਦੇ ਨਾਲ ਜੁੜੇ ਹੋਏ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਵੀ ਉਹ ਇਹੀ ਕੰਮ ਕਰਦੇ ਨੇ, ਕਿਰਤ ਦੇ ਨਾਲ ਜੁੜੇ ਹੋਏ ਨੇ ਅਤੇ ਗੁਰੂ ਘਰ ਦੇ ਵਿੱਚ ਵੀ ਉਹ ਨਾਲ ਦੀ ਨਾਲ ਅਣਥੱਕ ਸੇਵਾ ਕਰਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 1552 ਦੇ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। 29 ਮਾਰਚ 1552 ਨੂੰ ਗੁਰੂ ਅਮਰਦਾਸ ਮਹਾਰਾਜ ਤਖਤ ਦੇ ਉੱਤੇ ਬੈਠਦੇ ਨੇ। ਇਸੇ ਸਾਲ ਦੇ ਅਖੀਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੀ ਮੰਗਣੀ ਜਿਹੜੀ ਹੈ ਉਹ ਭਾਈ ਜੇਠਾ ਜੀ ਦੇ ਨਾਲ ਕਰਦੇ ਨੇ ਅਤੇ ਜਨਵਰੀ ਦੇ ਵਿੱਚ ਉਹਨਾਂ ਦੀ ਸ਼ਾਦੀ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ। ਭਾਈ ਜੇਠਾ ਜੀ ਜਿੱਥੇ ਆਪਣੀ ਕਿਰਤ ਕਰਦੇ ਨੇ, ਉੱਥੇ ਗੁਰੂ ਘਰ ਦੇ ਵਿੱਚ ਵੀ ਬਹੁਤ ਹੀ ਨਿਰਮਾਣਤਾ ਦੇ ਨਾਲ, ਬਹੁਤ ਹੀ ਨਿਮਰਤਾ ਦੇ ਨਾਲ ਸੇਵਾ ਭਾਵਨਾ ਦੇ ਵਿੱਚ ਵੀ ਜੁੜੇ ਹੋਏ ਨੇ। ਉਸ ਵਕਤ ਗੁਰੂ ਘਰ ਦੇ ਜਿਹੜੇ ਵਿਰੋਧੀ ਸਨ, ਯਾਦ ਰੱਖਿਓ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਉਹਨਾਂ ਲੋਕਾਂ ਨੇ ਗੁਰੂ ਘਰ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਸੀ। ਉਹ ਚਾਹੁੰਦੇ ਸਨ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਘਰ ਦੀ ਇਹ ਮਹਾਨ ਫਲਸਫਾ ਜਿਹੜਾ ਹੈ ਉਹ ਬੰਦ ਹੋ ਜਾਵੇ, ਲੋਕਾਂ ਤੱਕ ਪਹੁੰਚਣਾ। ਇਸ ਵਾਸਤੇ ਉਹਨਾਂ ਨੇ ਯਤਨ ਤੇ ਬਹੁਤ ਕੀਤੇ ਨੇ। ਹੁਣ ਗੋਇੰਦਵਾਲ ਦੇ ਉਹ ਲੋਕ ਜਾਤ ਅਭਿਮਾਨੀ, ਸਨਾਤਨੀ ਧਰਮ, ਬ੍ਰਾਹਮਣੀਇਜ਼ਮ ਦੇ ਲੋਕ ਜਿਹੜੇ ਸਨ, ਉਹਨਾਂ ਨੇ ਇੱਕ ਮਹਿਜਰਨਾਮੇ ਦਾ ਮਤਲਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਲਿਖਿਆ ਵੀ ਉਹ ਲਿਖਤ ਜਿਹਦੇ ਉੱਤੇ ਇੱਕ ਤੋਂ ਵੱਧ ਲੋਕਾਂ ਦੇ ਸਿਗਨੇਚਰ ਹੋਵਣ, ਦਸਤਕ ਹੋਵਣ, ਉਹ ਸ਼ਿਕਾਇਤਨਾਮਾ ਉਹਨਾਂ ਜਾਤ ਅਭਿਮਾਨੀਆਂ ਨੇ, ਬ੍ਰਾਹਮਣੀਇਜ਼ਮ ਦੇ ਸੋਚ ਦੇ ਮੁਤਾਬਕ ਚੱਲਣ ਵਾਲੇ ਲੋਕਾਂ ਨੇ ਅਕਬਰ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ। ਅਕਬਰ ਜਿਹੜਾ ਬਹੁਤ ਸਿਆਣਾ ਬਾਦਸ਼ਾਹ ਸੀ, ਉਹਨੇ ਇੱਕ ਪਾਸੇ ਫੈਸਲਾ ਦੇਣ ਦੀ ਬਜਾਏ ਗੁਰੂ ਘਰ ਦੇ ਵਿੱਚ ਇੱਕ ਚਿੱਠੀ ਭੇਜੀ ਵੀ ਗੁਰੂ ਸਾਹਿਬ ਜਾਂ ਤਾਂ ਤੁਸੀਂ ਆਪ ਆਓ ਜਾਂ ਆਪਣੇ ਕਿਸੇ ਨੁਮਾਇੰਦੇ ਨੂੰ ਭੇਜੋ ਤਾਂ ਜੋ ਇਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਇਹ 1566 ਦੀ ਗੱਲ ਹੈ।
उस वक्त अकबर लाहौर जिहड़ा सी आया होया सी ते धन गुरु गुरु अमरदास महाराज जी ने सब तो वध जोग जान के भाई जेठा जी नूं आवाज़ मारी। कहण लगे, भाई जेठिया तू लाहौर जाना अकबर के दरबार विच, उन्हां लोकां दीयां जिहड़ियां शिकायतां ने उन्हां नूं दूर करना है। भाई जेठा जी हथ जोड़ के कहण लगे, सतगुरु दाते मैं ते पढ़िया लिखिया नहीं, पर अकबर के दरबार दे विच ते बड़े पढ़े लिखे लोग बैठे होवणगे ते मैं उन्हां दा जवाब देवांगा। धन गुरु गुरु अमरदास महाराज कहण लगे, भाई जेठा जी तुहानूं बाणी किन्नी कू आउंदी है। भाई जेठा जी कहण लगे, गुरु नानक साहब महाराज के बचन याद ने सतगुरु दातिया, गुरु अंगद दे महाराज के बचन याद ने ते तुसी भी जिहड़े उचारण कीते होए रब्बी बोल ने वो भी मैनू याद ने। धन गुरु गुरु अमरदास महाराज कहण लगे, जेठिया बस अपने धुरे दे नाल जुड़ के रही। उन्हां रब्बी बोलां दे विचों ही उन्हां लोकां दी शिकायतां दे उत्तर देने ने। धन गुरु गुरु अंगद अमरदास महाराज जी ने थापड़ा दिता। भाई जेठा जी ने बेनती की, सतगुरु दाताया शरीर भाई जेठे का वरतिया जाए, पर सुमत जिहड़ी है वो तुसी अपनी वरत के उन्हां शिकायतकर्तां दे शिकायतां दा जवाब दे दिओ। भाई जेठा जी मुखी सिख जिहड़े सन वो अकबर दे दरबार लाहौर विखे पहुँचते ने। हुण एक पासे शिकायतकर्ता लोग बैठे ने, अकबर दा दरबार लगा होया है, ते दूजे पासे भाई जेठा जी वो भी राज दरबार दे विच बैठे ने। उन्हां लोकां ने गल शुरू की, कहण लगे भी सिख धर्म जिहड़ा है वो जात पात नूं नहीं मनदा, ये कर्मां नूं नहीं मनदा। असीं तीर्थां दे उत्ते इशनान करदे हां ते ये तीर्थां नूं नहीं मनदा, ये गायत्री मंत्र पढ़न दे लई तरजीह नहीं दिंदा। इन्हां दा अपना फलसफा है, ये जात पात नूं नहीं मनदे। इवें सनातनी धर्म जिहड़ा है उहनूं खतरा है, साडे रीति रिवाजां नूं खतरा है। पहली गल जिहड़ी उन्हां ने कही भी ये जात पात नूं नहीं मनदा। भाई जेठा जी कहण लगे भी गुरु घर बिल्कुल जात पात नूं नहीं मनदा, क्योंकि जात किसी दे कर्मां दे कारण ते हो सकती है, पर अध्यात्मक तौर ते कोई नीवा नहीं हो सकता जात दे कारण। इत्थे ते जिहड़ा परमेश्वर दा नाम जपेगा, रब दी इबादत करेगा, बंदगी करेगा, वो उच्ची पदवी नूं प्राप्त हो सकता है। ते भाई जेठा जी ने उत्तर दिता पावन बाणी दे विचों, कहण लगे नीच जात हर जपतियां उत्तम पदवी पाए, पूछो बिदर दासी सुते कृष्ण उतरिया घर जिस जाए। जिहदे घर जिन्हों बिदर दासी का पुत्र कहते सन, उस वक्त भी कृष्ण उहदे घर गया। उदाहरण दे के समझाया, इत्थे जात करके नहीं, इत्थे ते परमेश्वर की इबादत करके कोई उच्ची पदवी नूं प्राप्त कर सकता है। फिर जदों कर्मां की गल चली तो भाई जेठा जी ने पावन बाणी दे विचों उत्तर दिता। कहण लगे पंडित की करता है, पंडित शास्त्र सिमरत पढ़िया, जोगी गोरख गोरख करिया, मैं मूर्ख हर हर जप पढ़िया। कहण लगे भी पंडित शास्त्रां ते सिमरतियां नूं पढ़दा है, जिहड़ा गोरख दा चेला है जोगी वो गोरख दी दिते हुए उपदेश नूं मनदा है, पर मैं ते केवल हरि नूं जपदा हां ते ये लोक मैनूं मूर्ख कहंदे ने। मैं मूर्ख हर हर जप पढ़िया, सन्यासी विभूत लाए दे सवारी, पर तिरया त्याग करे ब्रह्मचारी, मैं मूर्ख हर आस तुहारी। कहण लगे जिहड़ा जोगी है वो गोरख दे दसे अनुसार चलदा है, सन्यासी जिहड़ा है वो अपने पिंडे नूं सुआह मिलदा है, अपना घर-बार छड्ड के सन्यासी बन जाता है। पर कहण लगे मैनू ते परमेश्वर दे नाम दी ओट आसरा है। खतरी कर्म करे सूरत न पावै, सूद वैश परकिरत कमावै, मैं मूर्ख हर नाम छडावै। कहण लगे भी खतरी जिहड़ा है वो कर्मा करके सूरमा बन जाता है, ते वैश ते शूदर वो दूजियां दी सेवा करते ने, पर मैं केवल ते केवल हरि दी ओट आसरा तकदा हाँ। मैनू विकारां तो केवल हरि परमेश्वर दा नाम जिहड़ा है वही छड़ा सकदा है।
ਫਿਰ ਉਹਨਾਂ ਨੇ ਕਿਹਾ ਵੀ ਗੁਰੂ ਘਰ ਤੀਰਥਾਂ ਨੂੰ ਨਹੀਂ ਮੰਨਦਾ ਸੀ ਤੇ ਤੀਰਥਾਂ ਦੇ ਉੱਤੇ ਸਭ ਕੁਝ ਮੰਨਦੇ ਆ। ਭਾਈ ਜੇਠਾ ਜੀ ਨੇ ਪਾਵਨ ਬਾਣੀ ਦੇ ਵਿੱਚੋਂ ਜਵਾਬ ਦੇ ਦਿੱਤਾ। ਕਹਿਣ ਲੱਗੇ ਇਹਨਾਂ ਦੀ ਹਾਲਾਤ ਕੀ ਹੈ, ਇਹ ਤੀਰਥਾਂ ਦੇ ਉੱਤੇ ਤੇ ਇਸ਼ਨਾਨ ਕਰਦੇ ਨੇ ਪਰ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਵਿਕਾਰ ਖਤਮ ਨਹੀਂ ਕਰਦੇ। ਪਾਪ ਕਰੇ ਪੰਚਾਂ ਕੇ ਵਸਰੇ, ਇਹ ਪੰਜ ਵਿਕਾਰਾਂ ਦੇ ਅਧੀਨ ਪਾਪ ਕਰਮ ਕਰਦੇ ਨੇ। ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਤੀਰਥਾਂ ਦੇ ਉੱਤੇ ਇਹ ਇਸ਼ਨਾਨ ਕਰਕੇ ਕਹਿੰਦੇ ਨੇ ਵੀ ਹੁਣ ਇਹ ਪਾਪ ਕੀਤੇ ਹੋਏ ਸਾਡੇ ਉਤਰ ਗਏ। ਬਹੁਰ ਕਮਾਵੇ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਲੰਕ। ਕਹਿਣ ਲੱਗੇ ਇਵੇਂ ਇਹ ਜਦੋਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਕੇ ਵਾਪਸ ਆਉਂਦੇ ਨੇ ਤੇ ਇਹਨਾਂ ਦੇ ਮਨ ਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ ਵੀ ਪਾਪ ਜਿੰਨੇ ਮਰਜ਼ੀ ਕਮਾ ਲਓ, ਕਿਉਂਕਿ ਸਾਲ ਬਾਅਦ ਇਸ਼ਨਾਨ ਕੀਤਿਆਂ ਤੇ ਮੁੜ ਪਰਤ ਕੇ ਵਿਕਾਰ ਤੇ ਲਿਥ ਜਾਣੇ ਨੇ, ਖਤਮ ਹੋ ਜਾਣੇ ਨੇ। ਇਹਨਾਂ ਦਾ ਮਨ ਹੱਲਾਸ਼ੇਰੀ ਦੇ ਨਾਲ ਹੋਰ ਵਿਕਾਰ ਜਿਹੜੇ ਨੇ ਉਹ ਕਮਾਉਂਦਾ ਹੈ। ਇਵੇਂ ਇਹ ਵਿਕਾਰ ਕਮਾਉਂਦੇ ਕਮਾਉਂਦੇ ਤੇ ਅਖੀਰ ਉਹਨਾਂ ਵਿਕਾਰਾਂ ਦੇ ਅਧੀਨ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਰਬਾਦ ਕਰ ਲੈਂਦੇ ਨੇ। ਤੇ ਭਾਈ ਜੇਠਾ ਜੀ ਨੇ ਉੱਤਰ ਦਿੱਤਾ ਵੀ ਇਹ ਤੇ ਕਹਿੰਦੇ ਨੇ ਵੀ ਤੀਰਥਾਂ ਦੇ ਇਸ਼ਨਾਨ ਕੀਤਿਆਂ ਮੈਲ ਲਿਥਦੀ ਹੈ, ਪਰ ਭਾਈ ਜੇਠਾ ਜੀ ਕਹਿਣ ਲੱਗੇ ਪਾਵਨ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਜੇਕਰ ਤੀਰਥਾਂ ਦੇ ਉੱਤੇ ਇਸ਼ਨਾਨ ਕਰਿਆ ਇਹ ਸੋਚਣ ਵੀ ਸਾਨੂੰ ਸਵਰਗ ਮਿਲ ਜਾਏ, ਬੈਕੁੰਠ ਮਿਲ ਜਾਏ, ਤੇ ਇਹਨਾਂ ਦਾ ਭੁਲੇਖਾ ਹੈ। ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈਕੁੰਠ ਨਾ ਜਾਣਾ। ਲੋਕ ਭਤੀਜੇ ਕਛੂ ਨਾ ਹੋਏ, ਨਾਹੀ ਰਾਮ ਇਆਣਾ। ਕਹਿਣ ਲੱਗੇ ਵੀ ਲੋਕਾਂ ਨੂੰ ਪਤਿਆਉਣ ਦੇ ਨਾਲ ਕੁਝ ਨਹੀਂ ਜੇ ਹੋਣਾ, ਉਹ ਪਰਮੇਸ਼ਰ ਇਆਣਾ ਨਹੀਂ ਹੈ। ਪੂਜੋ ਰਾਮ ਇੱਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਕੇਵਲ ਸੱਚਾ ਇਸ਼ਨਾਨ ਤੇ ਪਰਮੇਸ਼ਰ ਦੀ ਗੁਰੂ ਦੀ ਸੇਵਾ ਹੈ। ਜਲ ਕੇ ਮੰਜਨ ਜੇ ਗਤ ਹੋਵੇ, ਨਿਤ ਨਿਤ ਮੈਂਡਕ ਨਹਾਵੈ। ਜੈਸੇ ਮੈਂਡਕ ਤੈਸੇ ਉਹ ਨਰ, ਫਿਰ ਜੋਨੀ ਪਾਏ। ਕਹਿਣ ਲੱਗੇ ਡੱਡੂ ਪਾਣੀ ਵਿੱਚ ਰਹਿੰਦਾ ਹੈ, ਰੋਜ਼ ਇਸ਼ਨਾਨ ਕਰਦਾ ਹੈ ਤੇ ਉਸ ਨੂੰ ਕਦੀ ਮੁਕਤੀ ਨਹੀਂ ਮਿਲਦੀ। ਇਵੇਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਾਲਾ ਮਨੁੱਖ ਜਿਹੜਾ ਹੈ ਉਹ ਡੱਡੂ ਦੀ ਨਿਆਈ ਹੈ, ਉਹਨੂੰ ਵੀ ਕਦੀ ਮੁਕਤੀ ਨਹੀਂ ਮਿਲਦੀ। ਇਹ ਮਨੁੱਖ ਤੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਨੇ ਪਰ ਮਨ ਦੇ ਅੰਦਰ ਹੰਕਾਰ ਵਾਲਾ ਵਿਕਾਰ ਹੋਰ ਲੈ ਆਉਂਦੇ ਹਨ। ਨਹਾਵਣ ਚੱਲੇ ਤੀਰਥੇ, ਮਨ ਖੋਟੇ ਤਨ ਚੋਰ। ਇੱਕ ਭਉ ਲੱਥੀ ਨਹਾਤਿਆਂ, ਦੋਏ ਪਾ ਚੜੀਏ ਸਹੋਰ। ਬਾਹਰ ਧੋਤੀ ਤੁੰਬੜੀ, ਅੰਦਰ ਬਿਸਨ ਕੋਰ। ਸਾਧ ਭਲੇ ਅਣ ਨਹਾਤਿਆਂ, ਚੋਰ ਸੇ ਚੋਰਾ ਚੋਰ। ਭਾਈ ਜੇਠਾ ਜੀ ਨੇ ਦੱਸ ਦਿੱਤਾ ਵੀ ਇਹ ਲੋਕ ਇਵੇਂ ਕਰਦੇ ਨੇ ਵੀ ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਨੇ ਪਰ ਇਹਨਾਂ ਦੇ ਮਨ ਵਿੱਚ ਖੋਟ ਹੈ। ਇਹ ਤੇ ਵਿਕਾਰਾਂ ਦੀ ਮੈਲ ਧੋਣ ਜਾਂਦੇ ਨੇ, ਸਗੋਂ ਵਿਕਾਰ ਹੰਕਾਰ ਰੂਪੀ ਹੋਰ ਲੈ ਆਉਂਦੇ ਨੇ। ਇਹਨਾਂ ਦੀ ਹਾਲਾਤ ਇਹੋ ਜਿਹੀ ਬਣੀ ਹੋਈ ਹੈ। ਭਾਈ ਜੇਠਾ ਜੀ ਕਹਿਣ ਲੱਗੇ ਵੀ ਜੇਕਰ ਕੋਈ ਜਿਹਨੇ ਸਾਧਿਆ ਹੋਇਆ ਆਪਣਾ ਸਰੀਰ, ਵਿਕਾਰਾਂ ਤੋਂ ਰਹਿਤ ਕੀਤਾ ਹੋਇਆ, ਉਹਨੂੰ ਤੀਰਥਾਂ ਦੇ ਇਸ਼ਨਾਨ ਕਰਨ ਦੀ ਲੋੜ ਨਹੀਂ। ਪਰ ਜੇ ਚੋਰ ਲੱਖ ਵਾਰ ਵੀ ਤੀਰਥਾਂ ਦੇ ਉੱਤੇ ਇਸ਼ਨਾਨ ਕਰੇ ਤਾਂ ਵੀ ਉਹ ਚੋਰ ਦਾ ਚੋਰ ਹੀ ਰਹਿੰਦਾ ਹੈ। ਤੇ ਫਿਰ ਭਾਈ ਜੇਠਾ ਜੀ ਨੇ ਅਸਲ ਤੀਰਥ ਵੀ ਦੱਸ ਦਿੱਤਾ ਵੀ ਅਸਲ ਤੀਰਥ ਕੀ ਹੈ। ਤੇ ਨਾਲ ਕਹਿਣ ਲੱਗੇ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਤੀਰਥ। ਕਹਿਣ ਲੱਗੇ ਗੁਰੂ ਦਾ ਗਿਆਨ ਹੀ ਅਸਲ ਦੇ ਵਿੱਚ ਤੀਰਥ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਿਰਾ। ਗੁਰੂ ਦਾ ਗਿਆਨ ਹੀ ਅਸਲ ਤੀਰਥ ਹੈ। ਪਰਮੇਸ਼ਰ ਦਾ ਨਾਮ ਹੀ ਅਸਲ ਦੇ ਵਿੱਚ ਤੀਰਥ ਹੈ। ਜਦੋਂ ਉਹਨਾਂ ਲੋਕਾਂ ਦੀਆਂ ਇਹ ਸ਼ਿਕਾਇਤਾਂ ਦਾ ਉੱਤਰ ਬਾਣੀ ਅਨੁਸਾਰ ਭਾਈ ਜੇਠਾ ਜੀ ਨੇ ਦਿੱਤਾ, ਫਿਰ ਉਹ ਅਖੀਰ ਕਹਿਣ ਲੱਗੇ ਵੀ ਇਹ ਗਾਇਤਰੀ ਮੰਤਰ ਨੂੰ ਨਹੀਂ ਜੇ ਪੜ੍ਹਦੇ। ਅਸੀਂ ਤੇ ਗਾਇਤਰੀ ਮੰਤਰ ਪੜ੍ਹਦੇ ਹਾਂ, ਉਹ ਸਾਡੀ ਰੱਖਿਆ ਕਰਦਾ ਹੈ, ਸਾਡੀ ਸਹਾਇਤਾ ਕਰਦਾ ਹੈ, ਪਰ ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ। ਭਾਈ ਜੇਠਾ ਜੀ ਕਹਿਣ ਲੱਗੇ ਵੀ ਅਸਲ ਵਿੱਚ ਤੁਹਾਡਾ ਗਾਇਤਰੀ ਮੰਤਰ ਹੈ ਕੀ? ਕਿਉਂਕਿ ਗਾਇਤਰੀ ਮੰਤਰ ਦੇ ਸੰਬੰਧ ਵਿੱਚ ਉਹ ਆਪ ਹੀ ਆਪਣੇ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖਦੇ ਨੇ ਵੀ ਇੱਕ ਵਾਰ ਬ੍ਰਹਮਾ ਨੂੰ ਜੱਗ ਕਰਨਾ ਸੀ, ਉਹਨੇ ਆਪਣੀ ਇਸਤਰੀ ਨੂੰ ਸੱਦਾ ਭੇਜਿਆ, ਸਵਿਤਰੀ ਨੂੰ, ਕਿਉਂਕਿ ਇਸਤਰੀ ਤੋਂ ਬਿਨਾਂ ਉਹ ਜੱਗ ਪੂਰਾ ਨਹੀਂ ਸੀ ਹੋਣਾ।
ਜਦੋਂ ਇੰਦਰ ਲੈਣ ਗਿਆ ਤੇ ਸਵਿਤਰੀ ਨੇ ਮਨਾ ਕਰ ਦਿੱਤਾ, ਕਹਿਣ ਲੱਗੀ ਮੈਂ ਸਖੀਆਂ ਤੋਂ ਬਗੈਰ ਨਹੀਂ ਆਵਾਂਗੀ। ਬ੍ਰਹਮਾ ਨੇ ਮਾਤ ਲੋਕ ਦੇ ਵਿੱਚੋਂ ਕਿਸੇ ਵੀ ਇਸਤਰੀ ਨੂੰ ਲਿਆਉਣ ਵਾਸਤੇ ਇੰਦਰ ਨੂੰ ਆਖਿਆ ਤੇ ਇੰਦਰ ਨੇ ਮਾਤ ਲੋਕ ਦੇ ਵਿੱਚੋਂ ਇੱਕ ਗੋਪਾਲਣ ਗੋਪੀ ਜਿਹਦਾ ਨਾਮ ਗਾਇਤਰੀ ਸੀ ਉਹਨੂੰ ਲੈ ਆਂਦਾ। ਬ੍ਰਹਮਾ ਨੇ ਉਹਦੇ ਨਾਲ ਸ਼ਾਦੀ ਕੀਤੀ ਤੇ ਉਹ ਜੱਗ ਜਿਹੜਾ ਸੀ ਉਹ ਸੰਪੂਰਨ ਕਰ ਦਿੱਤਾ। ਪਰ ਉਸ ਗਾਇਤਰੀ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ। ਬ੍ਰਹਮਾ ਨੇ ਆਪਣੀ ਹੀ ਬਣਾਈ ਹੋਈ ਉਸ ਇਸਤਰੀ ਨੂੰ ਗਾਇਤਰੀ ਨੂੰ ਸ਼ਰਾਪ ਦੇ ਦਿੱਤਾ ਤੇ ਗਊ ਦੀ ਜੂਨ ਵਿੱਚ ਪਾ ਦਿੱਤਾ। ਗਊ ਦੀ ਜੂਨ ਪਾਈ ਉਹ ਗਾਇਤਰੀ ਇੱਕ ਦਿਨ ਕਿਸਾਨ ਦੇ ਖੇਤ ਵਿੱਚ ਫਸਲ ਚੱਲ ਰਹੀ ਸੀ। ਬਾਬਾ ਨਾਮਦੇਵ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿਣ ਲੱਗੇ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਲੋਧਾ ਇੱਕ ਕਿਸਾਨਾਂ ਦੇ ਵਿੱਚੋਂ ਜਾਤ ਹੈ ਜੋ ਕਿ ਜਮਨਾ ਤੇ ਪੰਜਾਬ ਦੇ ਵਿੱਚ ਇਹ ਲੋਕ ਰਹਿੰਦੇ ਨੇ। ਤੇ ਤੁਸੀਂ ਜਾਣਦੇ ਹੋ ਕਿ ਕਿਸਾਨ ਨੇ ਪੁੱਤਾਂ ਵਾਂਗੂ ਫਸਲ ਪਾਲੀ ਹੋਵੇ, ਉਹ ਇਵੇਂ ਅਵਾਰਾ ਪਸ਼ੂਆਂ ਨੂੰ ਖਾਣ ਨਹੀਂ ਦਿੰਦਾ। ਤੇ ਉਸ ਲੋਧੇ ਨੇ ਆਪਣੇ ਹੱਥ ਦੇ ਵਿੱਚ ਇੱਕ ਸੋਟਾ ਲਿਆ ਤੇ ਉਸ ਗਾਇਤਰੀ ਬਣੀ ਹੋਈ ਸ਼ਰਾਬ ਦੇ ਕਾਰਨ ਗਾਂ ਉਹਦੇ ਇੱਕ ਲੱਤ ਦੇ ਉੱਤੇ ਮਾਰਿਆ ਤੇ ਉਹਦੀ ਲੱਤ ਜਿਹੜੀ ਸੀ ਇੱਕ ਟੁੱਟ ਗਈ। ਹੁਣ 3 ਲੱਤਾਂ ਦੇ ਸਹਾਰੇ ਲੰਗੜੀ ਹੋ ਕੇ ਚੱਲਦੀ ਹੈ। ਤੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕੇ ਠੇਂਗਾ ਟਗਰੀ ਤੋਰੀ ਲੰਗਤ ਲਾਂਗਤ ਜਾਤੀ ਸੀ। ਉਹਦੀ ਲੱਤ ਤੋੜ ਦਿੱਤੀ ਤੇ ਲੰਗਾ ਕੇ ਤੋੜ ਦਿੱਤੀ। ਹੁਣ ਜਿਹੜੀ ਗਾਇਤਰੀ ਨੂੰ ਕਹਿੰਦੇ ਉਹ ਵੀ ਸਾਡੇ ਰੱਖਿਆ ਕਰਦੀ ਹੈ ਮੰਤਰ ਪੜ੍ਹਨ ਦੇ ਨਾਲ, ਉਹ ਤੇ ਆਪਣਾ ਬਚਾਅ ਨਹੀਂ ਕਰ ਸਕੀ, ਤੁਹਾਡੀ ਕਿਵੇਂ ਕਰ ਸਕਦੀ ਹੈ। ਭਾਈ ਜੇਠਾ ਜੀ ਕਹਿਣ ਲੱਗੇ ਵੀ ਤੁਹਾਡੇ ਵੇਦਾਂ ਦੇ ਮੁਤਾਬਕ, ਤੁਹਾਡੇ ਧਰਮ ਗ੍ਰੰਥਾਂ ਦੇ ਮੁਤਾਬਕ ਗਾਇਤਰੀ ਦਾ ਪਾਠ ਕੇਵਲ ਤੇ ਕੇਵਲ ਜਿਹੜਾ ਹੈ ਉਹ ਖੱਤਰੀ, ਬ੍ਰਾਹਮਣ ਜਾਂ ਵੈਸ਼ ਕਰ ਸਕਦਾ ਹੈ, ਸ਼ੂਦਰ ਨਹੀਂ ਕਰ ਸਕਦਾ। ਪਰ ਪਾਵਨ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੀ ਹੈ। ਤੁਹਾਡੇ ਵਰਨ ਵੰਡ ਦੇ ਅਨੁਸਾਰ ਵੀ ਗੁਰਬਾਣੀ ਸਭ ਨੂੰ ਸਾਂਝਾ ਉਪਦੇਸ਼ ਦਿੰਦੀ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ ਉਪਦੇਸ਼ 4 ਵਰਨਾਂ ਨੂੰ ਬਖਸ਼ਿਸ਼ ਕਰਦੀ ਹੈ। ਦੂਜੀ ਗੱਲ, ਤੁਹਾਡੇ ਇਹ ਧਰਮ ਗ੍ਰੰਥ ਕਹਿੰਦੇ ਨੇ ਵੀ ਇਸ ਗਾਇਤਰੀ ਮੰਤਰ ਦਾ ਪਾਠ ਕਿਸੇ ਮਲੇਸ਼ ਦੇ ਸਨਮੁਖ ਨਹੀਂ ਕੀਤਾ ਜਾ ਸਕਦਾ। ਤੇ ਹੁਣ ਤਾਂ ਦਰਬਾਰ ਦੇ ਵਿੱਚ ਮੁਸਲਮਾਨ ਸਾਰੇ ਬੈਠੇ ਹੋਏ ਨੇ, ਤੁਸੀਂ ਇਹਨਾਂ ਨੂੰ ਮਲੇਸ਼ ਆਖਦੇ ਹੋ ਤੇ ਇੱਥੇ ਕਿਵੇਂ ਗਾਇਤਰੀ ਮੰਤਰ ਦਾ ਪਾਠ ਹੋ ਸਕਦਾ ਹੈ। ਜਦੋਂ ਭਾਈ ਜੇਠਾ ਜੀ ਨੇ ਦਲੀਲ ਉੱਤਰ ਦਿੱਤੇ ਤੇ ਉਹਨਾਂ ਲੋਕਾਂ ਨੂੰ ਮੂੰਹ ਦੀ ਖਾਣੀ ਪਈ। ਅਕਬਰ ਨੇ ਉਹਨਾਂ ਦਾ ਸ਼ਿਕਾਇਤਨਾਮਾ ਜਿਹੜਾ ਸੀ ਉਹ ਖਾਰਜ ਕਰ ਦਿੱਤਾ, ਸ਼ਿਕਾਇਤਾਂ ਖਤਮ ਕਰ ਦਿੱਤੀਆਂ ਤੇ ਭਾਈ ਜੇਠੇ ਦੀ ਉਸ ਅਕਬਰ ਦੇ ਦਰਬਾਰ ਦੇ ਅੰਦਰ ਇੱਕ ਬਹੁਤ ਵੱਡੀ ਜਿੱਤ ਹੋਈ। ਕਿਉਂਕਿ ਭਾਈ ਜੇਠੇ ਨੇ ਆਪਣੀ ਮੱਤ ਨਹੀਂ ਵਰਤੀ, ਸਗੋਂ ਗੁਰੂ ਦੀ ਮੱਤ ਵਰਤੀ। ਇੱਥੋਂ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ, ਬਹੁਤ ਵੱਡਾ ਲੈਸਨ ਮਿਲਦਾ ਹੈ ਕਿ ਅਸੀਂ ਗੁਰੂ ਦੀ ਮੱਤ ਨੂੰ ਧਾਰਨ ਕਰੀਏ। ਭਾਈ ਜੇਠਾ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਗੁਰਤਾ ਗੱਦੀ ਮਿਲਦੀ ਹੈ, ਗੁਰੂ ਰਾਮਦਾਸ ਮਹਾਰਾਜ ਬਣਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਬਹੁਤ ਵੱਡੀ ਸਿੱਖਿਆ ਅੱਜ ਸਾਨੂੰ ਜੀਵਨ ਦੇ ਵਿੱਚ ਅਪਣਾਉਣੀ ਚਾਹੀਦੀ ਹੈ। ਜ਼ਿੰਦਗੀ ਦੇ ਅੰਦਰ ਜਿਤਨੀਆਂ ਮਰਜ਼ੀ ਔਕੜਾਂ ਹੋਵਣ, ਕਿਉਂਕਿ ਭਾਈ ਜੇਠਾ ਬਚਪਨ ਦੇ ਵਿੱਚ ਅਨਾਥ ਹੋ ਗਿਆ, ਪਰ ਫਿਰ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਕਿਰਤ ਨੂੰ ਪਕੜ ਕੇ ਰੱਖਿਆ ਸੀ। ਕਿਰਤੀ ਬਣੀਏ, ਕਿਰਤ ਦੇ ਨਾਲ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰੀਏ। ਕਿਉਂਕਿ ਭਾਈ ਜੇਠੇ ਦੇ ਰੂਪ ਦੇ ਵਿੱਚ ਉਹਨਾਂ ਨੇ ਗੁਰੂ ਘਰ ਦੇ ਵਿੱਚ ਅਣਥੱਕ ਸੇਵਾ ਕੀਤੀ, ਬੋਲੀ ਸਾਹਿਬ ਦਾ ਨਿਰਵਾਣ ਕਰਵਾਇਆ, ਹੋਰ ਸੰਗਤਾਂ ਦੀ ਅਣਥੱਕ ਸੇਵਾ ਕੀਤੀ, ਜਿਹਦਾ ਨਤੀਜਾ ਇਹ ਨਿਕਲਿਆ ਕਿ ਬਾਬਾ ਅਮਰਦਾਸ, ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਬਖਸ਼ਿਸ਼ ਕਰਕੇ ਗੁਰੂ ਰਾਮਦਾਸ ਮਹਾਰਾਜ ਬਣਾ ਦਿੱਤਾ। ਅੱਜ ਸਾਰਾ ਜਗਤ ਉਹਨਾਂ ਨੂੰ ਯਾਦ ਕਰਦਾ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ। ਧਾਰਿਆ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਬਹੁਤ ਹੀ ਪ੍ਰੇਰਨਾਮਈ ਜੀਵਨ ਜਿਹੜਾ ਹੈ ਉਹ ਸਾਡੇ ਵਾਸਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।